ਕਹਾਣੀਆਂ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੇਰਾ ਨਾਮ ਸੀਮਾ ਹੈ। ਅੱਜ ਮੇਰੀ ਵੱਡੀ ਭੈਣ ਪੂਨਮ ਲਈ ਬਹੁਤ ਹੀ ਚੰਗਾ ਤੇ ਅਮੀਰ ਪਰਿਵਾਰ ਚੋਂ ਰਿਸ਼ਤਾ ਆਇਆ ਸੀ, ਜੋ ਬਹੁਤ ਅਮੀਰ ਲੋਕ ਸਨ। ਉਹਨਾਂ ਦੇ 4 ਪੁੱਤਰ ਸਨ, ਜਿਨ੍ਹਾਂ ਵਿੱਚੋਂ ਸਭ ਤੋਂ ਛੋਟੇ ਦਾ ਵਿਆਹ ਮੇਰੀ ਭੈਣ ਨਾਲ ਹੋਣਾ ਸੀ। ਬਾਕੀ ਦੇ ਪਹਿਲਾਂ ਹੀ ਵਿਆਹੇ ਹੋਏ ਸਨ। ਉਹਨਾਂ ਦੀ ਮਾਂ ਵੀ ਉਹਨਾਂ ਨਾਲ ਹੀ ਰਹਿੰਦੀ ਸੀ। ਮੈਂ ਘਰ ਵਿੱਚ ਸਭ ਤੋਂ ਛੋਟੀ ਸੀ। ਮੈਂ ਸਭ ਤੋਂ ਜ਼ਿਆਦਾ ਚਿੰਤਿਤ ਸੀ। ਮੈਂ ਆਪਣੀ ਭੈਣ ਨੂੰ ਬਾਰ-ਬਾਰ ਪੁੱਛਿਆ, ਪਰ ਉਸ ਨੇ ਮੈਨੂੰ ਕੁਝ ਨਾ ਦੱਸਿਆ। ਵਿਆਹ ਵਾਲੇ ਦਿਨ ਮੈਂ ਉਸ ਨੂੰ ਜਗਾਉਣ ਉਸ ਦੇ ਕਮਰੇ ਵਿੱਚ ਗਈ। ਘੱਟੋ ਘੱਟ ਅੱਜ ਸਵੇਰ ਲਈ ਜਲਦੀ ਉੱਠੋ, ਪਰ ਮੈਂ ਹੈਰਾਨ ਸੀ, ਉਹ ਬਿਸਤਰੇ ਤੇ ਮੌਜੂਦ ਨਹੀਂ ਸੀ। ਉਸ ਨੇ ਸਿਰਹਾਣਾ ਇਸ ਤਰ੍ਹਾਂ ਰੱਖਿਆ ਸੀ ਕਿ ਅਸੀਂ ਸੋਚਿਆ ਕਿ ਉਹ ਸੋ ਰਹੀ ਹੈ। ਉਸ ਦਾ ਮਤਲਬ ਇਹ ਸੀ ਕਿ ਉਹ ਰਾਤ ਨੂੰ ਹੀ ਘਰੋਂ ਗਾਇਬ ਹੋ ਗਈ ਸੀ। ਵਿਆਹ ਵਾਲੀ ਰਾਤ ਸਾਰੇ ਪ੍ਰਬੰਧ ਕਰ ਲਏ ਗਏ ਸਨ ਅਤੇ ਵਿਆਹ ਵਾਲੇ ਮਹਿਮਾਨਾਂ ਦੇ ਫੋਨ ਵੀ ਆ ਰਹੇ ਸਨ ਕਿ ਅਸੀਂ ਦੁਪਹਿਰ 2 ਵਜੇ ਤੱਕ ਪਹੁੰਚ ਜਾਵਾਂਗੇ ਅਤੇ ਇੱਥੇ ਲਾੜੀ ਗਾਇਬ ਸੀ। ਮੇਰੇ ਪਿਤਾ ਜੀ ਦਾ ਇਲਾਕੇ ਵਿੱਚ ਬਹੁਤ ਸਤਿਕਾਰ ਸੀ। ਰੱਬ ਨੇ ਉਸ ਨੂੰ 4 ਧੀਆਂ ਜ਼ਰੂਰ ਦਿੱਤੀਆਂ ਸਨ, ਪਰ ਫਿਰ ਵੀ ਉਸ ਨੇ ਆਪਣੀਆਂ ਧੀਆਂ ਬਾਰੇ ਕਦੇ ਇਹ ਨਹੀਂ ਕਿਹਾ, ਇਸ ਰੱਬ ਨੇ ਮੈਨੂੰ ਇੰਨੀਆਂ ਧੀਆਂ ਦਿੱਤੀਆਂ ਹਨ। ਪਰ ਫਿਰ ਵੀ ਮੇਰੀ ਭੈਣ ਘਰੋਂ ਭੱਜ ਗਈ ਸੀ। ਉਸ ਨੇ ਸਾਡੇ ਲਈ ਇੱਕ ਪੱਤਰ ਛੱਡਿਆ ਸੀ, ਜਿਸ ਵਿੱਚ ਲਿਖਿਆ ਸੀ ਕਿ ਉਹ ਆਪਣੀ ਪਸੰਦ ਦੇ ਲੜਕੇ ਨਾਲ ਜਾ ਰਹੀ ਹੈ। ਮੇਰੇ ਮਾਪੇ ਬਹੁਤ ਚਿੰਤਿਤ ਸਨ। ਉਸ ਨੇ ਮੈਨੂੰ ਕਿਹਾ ਕਿ ਮੈਂ ਦੁਲਹਨ ਬਣ ਕੇ ਬੈਠਾਂ। ਜੇ ਮੈਂ ਕੁਰਬਾਨੀ ਕਰਨ ਲਈ ਹਾਮੀ ਭਰੀ ਹੁੰਦੀ ਤਾਂ ਕਿ ਮੁੰਡੇ ਵਾਲੇ ਇਸ ਲਈ ਰਾਜੀ ਹੁੰਦੇ। ਮੇਰੀ ਭੈਣ ਨੂੰ ਪਸੰਦ ਕਰਕੇ ਚਲੇ ਗਏ ਸਨ। ਖੈਰ, ਮੈਂ ਦੁਲਹਨ ਵਾਂਗ ਬੈਠ ਗਈ। ਫਿਰ ਮੇਰੀ ਮਾਂ ਨੇ ਲੜਕੇ ਦੀ ਮਾਂ ਨੂੰ ਬੁਲਾਇਆ ਅਤੇ ਰੋਂਦੇ ਹੋਏ ਸਾਰੀ ਗੱਲ ਦੱਸੀ। ਉਸ ਦੇ ਪੈਰੀ ਬੈਠ ਗਈ। ਉਸ ਨੇ ਕਿਹਾ, ਸਾਨੂੰ ਮਾਫ ਕਰੋ, ਅਸੀਂ ਬਹੁਤ ਬੇਵਸ ਹਾਂ। ਕਿਰਪਾ ਕਰਕੇ ਸਾਡਾ ਸਤਿਕਾਰ ਕਰੋ ਅਤੇ ਅਸੀਂ ਤੁਹਾਡੇ ਪੁੱਤਰ ਦਾ ਵਿਆਹ ਸਾਡੀ ਛੋਟੀ ਧੀ ਨਾਲ ਕਰਨ ਲਈ ਸਹਿਮਤ ਹੋਵਾਂਗੇ। ਜੇ ਬਰਾਤ ਮੁੜ ਗਈ ਤਾਂ ਸਾਡੀ ਬਹੁਤ ਬਦਨਾਮੀ ਹੋਵੇਗੀ। ਮੇਰੀ ਭੈਣ ਦੀ ਸੱਸ ਬਹੁਤ ਚੰਗੀ ਔਰਤ ਸੀ। ਉਹ ਰੱਬ ਨੂੰ ਬਹੁਤ ਮੰਨਦੀ ਸੀ ਅਤੇ ਹਰ ਤੀਰਥ ਤੇ ਜਾਂਦੀ ਸੀ। ਉਸ ਨੇ ਮੇਰੀ ਮਾਂ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਕਿ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਇਹ ਤੁਹਾਡੀ ਗਲਤੀ ਨਹੀਂ ਹੈ। ਤੁਹਾਡੇ ਨਾਲ ਜੋ ਹੋਇਆ ਤੁਹਾਡੀ ਧੀ ਨੇ ਕੀਤਾ, ਇਸ ਵਿੱਚ ਤੁਹਾਡਾ ਕੋਈ ਕਸੂਰ ਨਹੀਂ ਹੈ। ਚਿੰਤਾ ਨਾ ਕਰੋ, ਅਸੀਂ ਤੁਹਾਡੀ ਛੋਟੀ ਧੀ ਨੂੰ ਸਵੀਕਾਰ ਕਰਦੇ ਹਾਂ। ਮੈਂ ਆਪਣੇ ਪੁੱਤਰ ਨੂੰ ਵੀ ਸਮਝਾਵਾਂਗੀ ਜੀ। ਉਸ ਸਮੇਂ ਉਸ ਨੇ ਆਪਣੇ ਬੇਟੇ ਨੂੰ ਸਾਰੀ ਗੱਲ ਸਮਝਾਈ। ਖੈਰ, ਮੈਂ ਵਿਆਹ ਕਰਵਾ ਲਿਆ ਤੇ ਜਲਦੀ ਅਲਵਿਦਾ ਕਹਿ ਦਿੱਤਾ ਤਾਂ ਕਿ ਇਸ ਵਿੱਚ ਬਹੁਤਾ ਸਮਾਂ ਨਾ ਲੱਗੇ ਅਤੇ ਲੋਕਾਂ ਨੂੰ ਗੱਲ ਕਰਨ ਦਾ ਮੌਕਾ ਨਾ ਮਿਲੇ। ਮੇਰੇ ਮਾਤਾ ਪਿਤਾ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਡੀ ਇੱਜ਼ਤ ਰੱਖੀ ਹੈ, ਸਾਡੀ ਬੇਟੀ ਹਮੇਸ਼ਾ ਤੁਹਾਡਾ ਖਿਆਲ ਰੱਖੇਗੀ। ਮੈਂ ਵੀ ਸਹੁੰ ਖਾਧੀ ਕਿ ਇਸ ਔਰਤ ਨੇ ਮੇਰੇ ਘਰ ਦੀ ਇੱਜ਼ਤ ਰੱਖੀ। ਮੈਂ ਹਮੇਸ਼ਾ ਉਸ ਨਾਲ ਚੰਗਾ ਵਿਵਹਾਰ ਕਰਾਂਗੀ। ਮੈਂ ਆਪਣੇ ਸਹੁਰੇ ਘਰ ਗਈ। ਮੈਂ ਆਪਣੀ ਸੱਸ ਦੇ ਛੋਟੇ ਪੁੱਤਰ ਦੀ ਪਤਨੀ ਸੀ। ਉਹ ਆਪਣੇ ਛੋਟੇ ਪੁੱਤਰ ਨੂੰ ਬਹੁਤ ਪਿਆਰ ਕਰਦੀ ਸੀ। ਉਹਨਾਂ ਕਿਹਾ ਕਿ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਮੇਰੀਆਂ ਦੋਵੇਂ ਵੱਡੀਆਂ ਨੂੰਹਾਂ ਵੀ ਬਹੁਤ ਗਰੀਬ ਹਨ। ਮੈਂ ਉਹਨਾਂ ਨੂੰ ਪਸੰਦ ਕਰਕੇ ਲੈ ਗਈ ਸੀ, ਪਰ ਹੁਣ ਉਹਨਾਂ ਨੇ ਆਪਣਾ ਅਸਲੀ ਰੂਪ ਦਿਖਾ ਦਿੱਤਾ। ਤੁਸੀਂ ਉਹਨਾਂ ਦੀਆਂ ਗੱਲਾਂ ਨੂੰ ਇੱਕ ਕੰਨ ਚੋਂ ਪਾ ਕੇ ਦੂਜੇ ਕੰਨ ਵਿੱਚੋਂ ਕੱਢ ਦਿਆ ਕਰੋ। ਇਹ ਤੁਹਾਡਾ ਆਪਣਾ ਘਰ ਹੈ। ਮੈਂ ਆਪਣੇ ਮਾਤਾ ਪਿਤਾ ਤੇ ਭੈਣ ਲਈ ਬਹੁਤ ਚਿੰਤਿਤ ਸੀ, ਪਰ ਹੁਣ ਮੇਰੀ ਜ਼ਿੰਦਗੀ ਸ਼ੁਰੂ ਹੋ ਗਈ ਹੈ। ਮੈਂ ਇਸ ਵਿਆਹ ਲਈ ਤਿਆਰ ਨਹੀਂ ਸੀ। ਮੈਨੂੰ ਕਿਵੇਂ ਪਤਾ ਲੱਗਾ ਕਿ ਅੱਜ ਮੇਰੀ ਭੈਣ ਦੀ ਵਜ੍ਹਾ ਕਰਕੇ ਮੇਰਾ ਵਿਆਹ ਹੋ ਜਾਵੇਗਾ। ਮੈਂ ਸੋਚਿਆ ਕਿ ਮੇਰੀ ਭੈਣ ਆਪਣੇ ਆਪ ਹੀ ਘਰੋਂ ਭੱਜ ਗਈ ਹੈ। ਮੈਨੂੰ ਅੱਗ ਵਿੱਚ ਸੁੱਟ ਦਿੱਤਾ ਗਿਆ ਹੈ, ਪਰ ਇਹ ਆਸਾਨ ਨਹੀਂ ਹੈ। ਉਹ ਅਜਿਹੇ ਚੰਗੇ ਘਰ ਨੂੰ ਛੱਡਣ ਲਈ ਬਦਕਿਸਮਤ ਸੀ। ਭਾਵੇਂ ਉਹ ਕਿਸੇ ਵੱਖਰੇ ਇਲਾਕੇ ਵਿੱਚ ਚਲੀ ਗਈ ਸੀ, ਪਰ ਉਸ ਦੇ ਰਿਸ਼ਤੇਦਾਰ ਕਦੇ ਨਹੀਂ ਭੁੱਲਣਗੇ ਕਿ ਉਹ ਭੱਜ ਕੇ ਗਈ ਹੈ। ਜੇ ਕੱਲ ਨੂੰ ਰੱਬ ਉਸ ਨੂੰ ਧੀ ਦੇਵੇ ਤਾਂ ਹਰ ਕੋਈ ਉਸ ਨੂੰ ਇਹੀ ਕਹੇਗਾ, ਤੁਹਾਡੀ ਮਾਂ ਘਰੋਂ ਭੱਜ ਗਈ ਸੀ। ਪਰ ਘਰੋਂ ਭੱਜਣ ਵਾਲੀਆਂ ਕੁੜੀਆਂ ਇਸ ਬਾਰੇ ਨਹੀਂ ਸੋਚਦੀਆਂ। ਇੰਨੀ ਸਧਾਰਨ ਗੱਲ ਇਨਸਾਨ ਕਿਉਂ ਨਹੀਂ ਸਮਝ ਸਕਦੇ। ਮੇਰੀ ਸੱਸ ਬਹੁਤ ਚੰਗੀ ਸੀ। ਕਿਹਾ ਜਾਂਦਾ ਹੈ ਕਿ ਜਿਸ ਦੇ ਦਿਲ ਵਿੱਚ ਰੱਬ ਦਾ ਡਰ ਹੋਵੇ ਉਹ ਬੁਰਾ ਨਹੀਂ ਹੋ ਸਕਦਾ ਅਤੇ ਮਾੜਾ ਉਹ ਹੈ ਜੋ ਰੱਬ ਨੂੰ ਭੁੱਲ ਜਾਂਦਾ ਹੈ। ਮੇਰੀ ਸੱਸ ਸਾਰਾ ਦਿਨ ਹੱਥ ਵਿੱਚ ਮਾਲਾ ਲੈ ਕੇ ਪ੍ਰਮਾਤਮਾ ਦਾ ਨਾਮ ਜਪਦੀ ਰਹਿੰਦੀ ਸੀ ਅਤੇ ਹਮੇਸ਼ਾ ਪੂਜਾ ਪਾਠ ਕਰਦੀ ਸੀ। ਉਹ ਸਾਰੇ ਧਰਮ ਗ੍ਰੰਥ ਪੜ੍ਹਦੀ ਸੀ ਅਤੇ ਘਰੇਲੂ ਮਾਮਲਿਆਂ ਬਾਰੇ ਕੋਈ ਗੱਲਬਾਤ ਨਹੀਂ ਕਰਦੀ ਸੀ। ਪਤਾ ਨਹੀਂ ਉਸ ਨੂੰ ਦੇਖ ਕੇ ਮੇਰੇ ਦਿਲ ਨੂੰ ਇੱਕ ਤਰ੍ਹਾਂ ਦੀ ਸ਼ਾਂਤੀ ਮਿਲੀ ਸੀ। ਪਰ ਮੈਂ ਇਸ ਘਰ ਵਿੱਚ ਰਹਿੰਦਿਆਂ ਇਹ ਗੱਲ ਨੋਟ ਕੀਤੀ ਸੀ, ਇਸ ਘਰ ਵਿੱਚ ਉਸ ਦੀ ਕੋਈ ਇੱਜ਼ਤ ਨਹੀਂ ਹੈ। ਉਹਨਾਂ ਨੂੰ ਪੁੱਛ ਕੇ ਕੋਈ ਗੱਲ ਨਹੀਂ ਕੀਤੀ ਜਾਂਦੀ। ਇੱਥੋਂ ਤੱਕ ਕਿ ਉਸ ਦੇ ਪੁੱਤਰ ਵੀ ਉਸ ਦੇ ਨਾਲ ਦੁਰਵਿਵਹਾਰ ਕਰਦੇ ਹਨ। ਉਹ ਸ਼ੂਗਰ ਤੋਂ ਪੀੜਤ ਸੀ ਅਤੇ ਉਸ ਦਾ ਪੁੱਤਰ ਵੀ ਉਸ ਦੇ ਖਾਣ ਪੀਣ ਦਾ ਧਿਆਨ ਨਹੀਂ ਰੱਖਦਾ ਸੀ। ਪਰ ਅੱਜ ਮੈਂ ਘਰ ਵਿੱਚ ਚੌਲ ਬਣਾਏ ਹੋਏ ਸਨ। ਮੈਂ ਆਪਣੀ ਸੱਸ ਨੂੰ
ਕਿਹਾ ਚੌਲ ਤੁਹਾਡੇ ਲਈ ਚੰਗੇ ਨਹੀਂ ਹੈ, ਤੁਹਾਡੇ ਲਈ ਕੁਝ ਹੋਰ ਬਣਾ ਸਕਦੀ ਹਾਂ। ਉਹਨਾਂ ਨੇ ਕਿਹਾ ਮੈਨੂੰ ਇਹ ਖਾਣ ਦੀ ਆਦਤ ਨਹੀਂ ਹੈ। ਮੈਂ ਚੁੱਪਚਾਪ ਚੌਲ ਖਾਣ ਲੱਗ ਗਈ। ਚੌਲ ਖਾਣ ਨਾਲ ਸ਼ੂਗਰ ਹੀ ਵਧੇਗਾ। ਮੈਂ ਜਾਣਦੀ ਹਾਂ, ਇਸ ਲਈ ਮੈਂ ਕਿਸੇ ਤੇ ਬੋਝ ਨਹੀਂ ਬਣਨਾ ਚਾਹੁੰਦੀ। ਮੈਂ ਕਿਹਾ ਮੈਂ ਤੁਹਾਡੇ ਲਈ ਵੱਖਰੀ ਸਬਜ਼ੀ ਤਿਆਰ ਕਰਦੀ ਹਾਂ, ਚਿੰਤਾ ਨਾ ਕਰੋ। ਮੈਂ ਤੁਹਾਡੇ ਲਈ ਰੋਟੀ ਵੀ ਬਣਾ ਦਿੰਨੀ ਹਾਂ ਅਤੇ ਇਹਨਾਂ ਲਈ ਇੱਕ ਹੋਰ ਸਬਜ਼ੀ ਤਿਆਰ ਕਰ ਦਿੰਨੀ ਹਾਂ ਜਿਸ ਨੂੰ ਤੁਸੀਂ ਚੰਗੀ ਤਰ੍ਹਾਂ ਖਾ ਸਕੋਗੇ। ਕੁਝ ਸਮਾਂ ਲੱਗਾ, ਮੇਰਾ ਪਤੀ ਆ ਗਿਆ ਸੀ। ਉਹ ਕਮਰੇ ਵਿੱਚ ਚਲਾ ਗਿਆ ਪਰ ਮੈਂ ਉਸ ਦਾ ਪਿੱਛਾ ਨਹੀਂ ਕੀਤਾ, ਭਾਵੇਂ ਉਸਨੇ ਮੈਨੂੰ ਕਿਹਾ ਸੀ ਆਉਂਦਿਆਂ ਹੀ ਮੈਨੂੰ ਕਮਰੇ ਵਿੱਚ ਮਿਲੋ। ਮੈਂ ਕਿਹਾ ਮੈਂ ਮਾਂ ਦੇ ਲਈ ਰੋਟੀ ਬਣਾ ਰਹੀ ਹਾਂ, ਇੰਨਾ ਗੁੱਸਾ ਕਰਨ ਦੀ ਕੀ ਲੋੜ ਹੈ। ਮੇਰੇ ਪਤੀ ਨੇ ਮੇਰੇ ਤੇ ਗੁੱਸਾ ਕੀਤਾ। ਮੈਂ ਇੱਥੇ ਅੱਧੇ ਘੰਟੇ ਤੋਂ ਹਾਂ ਅਤੇ ਤੁਸੀਂ ਮੈਨੂੰ ਇਹ ਨਹੀਂ ਪੁੱਛ ਸਕਦੇ ਕਿ ਮੈਨੂੰ ਪਾਣੀ ਚਾਹੀਦਾ ਹੈ ਜਾਂ ਨਹੀਂ। ਜਾਓ ਅਤੇ ਮੇਰੇ ਲਈ ਖਾਣਾ ਲਿਆਓ। ਮੈਂ ਕਿਹਾ ਕਿ ਮੈਂ ਤਾਂ ਮਾਂ ਦੀ ਸੇਵਾ ਕਰ ਰਹੀ ਹਾਂ, ਕੀ ਤੁਸੀਂ ਦੇਖ ਕੇ ਖੁਸ਼ ਹੋਵੋਗੇ। ਮੇਰੇ ਪਤੀ ਨੇ ਕਿਹਾ ਮੇਰੀ ਮਾਂ ਦੀ ਸੇਵਾ ਕਰਨ ਦੀ ਕੋਈ ਲੋੜ ਨਹੀਂ ਹੈ। ਜੇ ਤੁਸੀਂ ਇਹ ਜ਼ਿੰਮੇਵਾਰੀ ਆਪਣੇ ਸਿਰ ਲੈ ਲੈਂਦੇ ਹੋ ਤਾਂ ਚੰਗੀ ਗੱਲ ਨਹੀਂ। ਦੂਸਰੀਆਂ ਨੂੰਹਾਂ ਵੀ ਸੇਵਾ ਨਹੀਂ ਕਰਦੀਆਂ, ਇਸ ਲਈ ਤੁਹਾਨੂੰ ਹਮੇਸ਼ਾ ਇਹ ਸਭ ਕਰਨਾ ਜ਼ਰੂਰੀ ਨਹੀਂ ਹੈ। ਜੇ ਤੁਸੀਂ ਮੇਰੇ ਹਿੱਸੇ ਦਾ ਸਮਾਂ ਮੇਰੀ ਮਾਤਾ ਨੂੰ ਦੇ ਦਿਓਗੇ ਤਾਂ ਮੈਂ ਖੁਸ਼ ਨਹੀਂ ਹੋਵਾਂਗਾ। ਮੈਂ ਹੈਰਾਨ ਸੀ ਕਿ ਉਹਨਾਂ ਨੂੰ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ। ਮੇਰੇ ਪਤੀ ਨੇ ਕਿਹਾ ਤੁਸੀਂ ਮਾਂ ਨੂੰ ਛੱਡ ਦਿਓ, ਉਹ ਆਪਣਾ ਖਿਆਲ ਖੁਦ ਰੱਖੇਗੀ, ਉਹਨਾਂ ਕੋਲ ਬਹੁਤ ਸਾਰਾ ਪੈਸਾ ਹੈ। ਮੈਨੂੰ ਇਹ ਗੱਲ ਅਜੀਬ ਲੱਗੀ ਪਰ ਫਿਰ ਵੀ ਮੈਂ ਆਪਣੀ ਸੱਸ ਦੀ ਸੇਵਾ ਕਰਦੀ ਰਹੀ ਕਿਉਂਕਿ ਮੈਂ ਇਹ ਨਹੀਂ ਭੁੱਲ ਸਕਦੀ ਸੀ ਕਿ ਉਹਨਾਂ ਨੇ ਸਾਡੇ ਤੇ ਇੰਨਾ ਵੱਡਾ ਉਪਕਾਰ ਕੀਤਾ ਸੀ। ਜੇਕਰ ਉਸ ਨੇ ਇਸ ਸਮੇਂ ਨਾ ਕੀਤੀ ਹੁੰਦੀ ਤਾਂ ਰੌਲਾ ਪਾਇਆ ਹੁੰਦਾ ਤਾਂ ਅੱਜ ਇਲਾਕੇ ਵਿੱਚ ਸਾਡੀ ਕੋਈ ਇੱਜ਼ਤ ਨਹੀਂ ਰਹਿਣੀ ਸੀ। ਇਹ ਕਿਸੇ ਹੋਰ ਸ਼ਹਿਰ ਵਿੱਚ ਰਹਿੰਦੇ ਸਨ, ਇਸ ਲਈ ਉਹ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਨਹੀਂ ਜਾਣਦੇ ਸਨ। ਮੈਂ ਆਪਣੀ ਭੈਣ ਦੀ ਥਾਂ ਤੇ ਵਿਦਾਈ ਕਰਕੇ ਆਈ ਹਾਂ। ਉਹ ਸੋਚ ਰਹੇ ਸਨ ਕਿ ਮੇਰੀ ਭੈਣ ਵਿਆਹ ਕਰਵਾ ਕੇ ਚਲੀ ਗਈ ਹੈ ਅਤੇ ਮੈਂ ਆਪਣੇ ਮਾਮੇ ਦੇ ਘਰ ਚਲੀ ਗਈ ਹਾਂ। ਮੇਰੇ ਪਿਤਾ ਨੇ ਰਿਸ਼ਤੇਦਾਰਾਂ ਅਤੇ ਇਲਾਕੇ ਦੇ ਲੋਕਾਂ ਨੂੰ ਇਹ ਵੀ ਦੱਸਿਆ ਕਿ ਮੇਰੀ ਭੈਣ ਅਤੇ ਉਸ ਦਾ ਪਤੀ ਵਿਦੇਸ਼ ਗਏ ਹੋਏ ਹਨ ਅਤੇ ਮੇਰਾ ਵਿਆਹ ਮੇਰੇ ਮਾਮੇ ਦੇ ਦੋਸਤ ਦੇ ਲੜਕੇ ਨਾਲ ਸਾਦੇ ਢੰਗ ਨਾਲ ਕੀਤਾ ਗਿਆ ਸੀ। ਮੇਰੇ ਮਾਪੇ ਆਪਣੀ ਇੱਜ਼ਤ ਬਚਾਉਣ ਲਈ ਕਈ ਝੂਠ ਬੋਲਦੇ ਰਹਿੰਦੇ ਸਨ ਕਿਉਂਕਿ ਲੋਕ ਜਵਾਬ ਮੰਗਦੇ ਹਨ, ਸਮੇਂ ਨੂੰ ਜਵਾਬ ਦੇਣਾ ਪੈਂਦਾ ਹੈ। ਸਰਦੀਆਂ ਦਾ ਮੌਸਮ ਚੱਲ ਰਿਹਾ ਸੀ। ਮੇਰੀ ਸੱਸ ਨੇ ਸਾਰਿਆਂ ਨੂੰ ਪੈਸੇ ਦਿੱਤੇ ਅਤੇ ਆਪਣੇ ਲਈ ਕੱਪੜੇ ਲਿਆਉਣ ਲਈ ਕਿਹਾ, ਪਰ ਜਦੋਂ ਉਹ ਮੈਨੂੰ ਪੈਸੇ ਦੇਣ ਲੱਗੀ ਤਾਂ ਮੈਂ ਕਿਹਾ ਕਿ ਮੈਨੂੰ ਪੈਸੇ ਨਹੀਂ ਚਾਹੀਦੇ, ਮੇਰਾ ਹੁਣੇ ਵਿਆਹ ਹੋਇਆ ਹੈ, ਮੇਰੇ ਕੋਲ ਬਹੁਤ ਸਾਰੇ ਕੱਪੜੇ ਹਨ। ਮੇਰੀ ਇੱਕ ਭਰਜਾਈ ਨੇ ਕਿਹਾ ਮੈਨੂੰ ਸੀਮਾ ਦੇ ਹਿੱਸੇ ਦੇ ਪੈਸੇ ਦੇ ਦਿਓ। ਇਹ ਸੁਣ ਕੇ ਉਹ ਹੱਸਣ ਲੱਗੀ। ਮੇਰੀ ਸੱਸ ਨੇ ਕਿਹਾ ਕੋਈ ਗੱਲ ਨਹੀਂ, ਇਹ ਸੀਮਾ ਦੇ ਪੈਸੇ ਹਨ, ਜਦੋਂ ਉਸ ਨੂੰ ਇਸ ਦੀ ਲੋੜ ਹੋਵੇਗੀ ਮੇਰੇ ਕੋਲੋਂ ਲੈ ਲਵੇਗੀ, ਉਸ ਦਾ ਪੈਸਾ ਮੇਰੇ ਕੋਲ ਸੁਰੱਖਿਅਤ ਰਹੇਗਾ। ਇਸ ਮਾਮਲੇ ਤੇ ਭੈਣ ਜੀ ਤੁਹਾਡੇ ਆਲੇ ਦੁਆਲੇ ਬਹੁਤ ਕੁਝ ਪਿਆ ਹੈ ਪਰ ਇਹ ਨਹੀਂ ਪਤਾ ਕਿ ਇਹ ਸੁਰੱਖਿਅਤ ਹੈ ਜਾਂ ਨਹੀਂ। ਇਹ ਕਹਿ ਕੇ ਉਹ ਆਪਣੇ ਕਮਰੇ ਵਿੱਚ ਚਲੀ ਗਈ। ਮੇਰੀਆਂ ਜਠਾਣੀਆਂ ਮੇਰੀ ਸੱਸ ਨੂੰ ਲਫ਼ਜ਼ਾਂ ਵਿੱਚ ਤਾਨੇ ਮਾਰਦੀਆਂ ਸਨ। ਮੈਂ ਆਪਣੀ ਸੱਸ ਨੂੰ ਪੁੱਛਿਆ ਤੁਸੀਂ ਇਹ ਸਭ ਕਿਉਂ ਸੁਣਦੇ ਰਹਿੰਦੇ ਹੋ। ਉਸ ਨੇ ਕਿਹਾ ਮੈਨੂੰ ਜਵਾਬ ਦੇਣ ਦੀ ਆਦਤ ਨਹੀਂ ਹੈ, ਇਸ ਨੂੰ ਉਹਨਾਂ ਦੀ ਚੰਗੀ ਕਿਸਮਤ ਸਮਝੋ ਜਾਂ ਮੇਰੀ ਮਾੜੀ ਕਿਸਮਤ। ਮੇਰੀ ਸੱਸ ਦੱਸਦੀ ਹੈ ਕਿ ਮੇਰੇ ਸਹੁਰਾ ਸਾਹਿਬ ਮੇਰੇ ਪੁੱਤਰਾਂ ਦੇ ਵਿਆਹ ਤੋਂ ਪਹਿਲਾਂ ਹੀ ਇਸ ਸੰਸਾਰ ਤੋਂ ਚਲੇ ਗਏ, ਨਹੀਂ ਤਾਂ ਮੈਂ ਇਹ ਸਭ ਕੁਝ ਸਿੱਧਾ ਕਰ ਦਿੱਤਾ ਹੁੰਦਾ। ਮੈਂ ਬਹੁਤ ਗੁੱਸੇ ਵਾਲੀ ਸੀ। ਮੇਰਾ ਪਤੀ ਸਾਰੀ ਉਮਰ ਪੈਸਾ ਕਮਾਉਂਦਾ ਰਿਹਾ, ਜਦੋਂ ਘਰ ਬੈਠਣ ਦਾ ਸਮਾਂ ਆਇਆ ਤਾਂ ਉਸ ਨੂੰ ਮੌਕਾ ਨਹੀਂ ਮਿਲਿਆ, ਜਿਸ ਕਾਰਨ ਇਹ ਬੱਚੇ ਇੰਨੇ ਵਿਗੜ ਗਏ ਹਨ। ਹੁਣ ਉਹ ਮੇਰੀ ਗੱਲ ਵੀ ਨਹੀਂ ਸੁਣਦੇ, ਇਸ ਲਈ ਮੈਂ ਉਹਨਾਂ ਦੇ ਮੰਦੇ ਬੋਲਾਂ ਤੇ ਨਹੀਂ ਬੋਲਦੀ। ਪਰ ਇਹ ਗੱਲ ਸੀ ਕਿ ਮੇਰੀਆਂ ਦੋਨੇ ਭੈਣਾਂ ਤੇ ਅਜੇ ਕੋਈ ਔਲਾਦ ਨਹੀਂ ਸੀ। ਮੇਰੇ ਵਿਆਹ ਤੋਂ ਕਈ ਸਾਲ ਪਹਿਲਾਂ ਹੀ ਉਹਨਾਂ ਦਾ ਵਿਆਹ ਹੋਇਆ ਸੀ। ਮੈਂ ਆਪਣੇ ਪਤੀ ਤੋਂ ਛੁਪਾ ਕੇ ਆਪਣੀ ਸੱਸ ਦੀ ਸੇਵਾ ਕਰਦੀ ਰਹਿੰਦੀ ਸੀ, ਅਜਿਹਾ ਨਾ ਹੋਵੇ ਕਿ ਉਸ ਨੂੰ ਪਤਾ ਲੱਗ ਜਾਵੇ। ਪਰ ਇੱਕ ਦਿਨ ਉਹ ਅਚਾਨਕ ਘਰ ਵਿੱਚ ਆ ਗਏ। ਮੈਂ ਆਪਣੀ ਸੱਸ ਦੇ ਪੈਰ ਦਬਾ ਰਹੀ ਸੀ। ਮੇਰੀ ਸੱਸ ਨੇ ਮੈਨੂੰ ਕਿਹਾ ਕਿ ਜਲਦੀ ਮੇਰੇ ਕਮਰੇ ਵਿੱਚੋਂ ਜਾ, ਨਹੀਂ ਤਾਂ ਮੇਰਾ ਪੁੱਤਰ ਤੈਨੂੰ ਡਾਂਟ ਦੇਵੇਗਾ। ਮੈਂ ਸੋਚ ਰਹੀ ਸੀ ਕਿ ਮੈਨੂੰ ਝਿੜਕਿਆ ਜਾਵੇਗਾ। ਜਦੋਂ ਮੈਂ ਕਮਰੇ ਵਿੱਚ ਗਈ ਤਾਂ ਮੇਰੇ ਪਤੀ ਨੇ ਕਿਹਾ ਤੁਸੀਂ ਇੰਨੇ ਸਮਾਰਟ ਨਹੀਂ ਲੱਗਦੇ ਪਰ ਤੁਸੀਂ ਬਹੁਤ ਸਮਾਰਟ ਹੋ। ਮੈਂ ਕਿਹਾ ਤੁਹਾਡਾ ਕੀ ਮਤਲਬ ਹੈ। ਉਸ ਨੇ ਕਿਹਾ ਕਿ ਤੁਸੀਂ ਮੇਰੀ ਮਾਂ ਦੀ ਸੇਵਾ ਕਰ ਰਹੇ ਹੋ ਕਿਉਂਕਿ ਤੁਹਾਨੂੰ ਇਹ ਵੀ ਪਤਾ ਲੱਗ ਗਿਆ ਹੈ ਕਿ ਉਹ ਸਾਰੀ ਜਾਇਦਾਦ ਦੀ ਇਕਲੌਤੀ ਵਾਰਸ ਹੈ। ਉਹ ਜਲਦੀ ਹੀ ਆਪਣੀ ਇੱਛਾ ਲਿਖਣ ਜਾ ਰਹੀ ਹੈ। ਮੈਂ ਹੈਰਾਨ ਸੀ। ਇਸ ਗੱਲ ਤੇ ਮੈਂ ਆਪਣੇ ਪਤੀ ਨੂੰ ਕਿਹਾ ਅਜਿਹੀ ਕੋਈ ਗੱਲ ਨਹੀਂ ਹੈ, ਤੁਸੀਂ ਜਾਣਦੇ ਹੋ ਕਿ ਉਹਨਾਂ ਦਾ ਸਾਡੇ ਤੇ ਕਿੰਨਾ ਵੱਡਾ ਅਹਿਸਾਨ ਹੈ। ਮੇਰੇ ਪਤੀ ਨੇ ਕਿਹਾ ਇਹ ਤੁਹਾਡੀ ਗਲਤੀ ਨਹੀਂ ਹੈ। ਮੈਂ ਇਸ ਵਿੱਚ ਆਪਣੇ ਪਤੀ ਦਾ ਧੰਨਵਾਦ ਕੀਤਾ। ਇਹ ਮੇਰਾ ਕਸੂਰ ਨਹੀਂ ਹੈ। ਮੇਰੇ ਪਤੀ ਇਸ ਨੂੰ ਸਵੀਕਾਰ ਕਰਦੇ ਹਨ। ਮੈਂ ਸੋਚਿਆ ਕਿ ਉਹ ਹਰ ਚੀਜ਼
ਲਈ ਮੈਨੂੰ ਦੋਸ਼ੀ ਠਹਿਰਾਉਣਗੇ। ਮੇਰੀ ਭੈਣ ਦੀ ਨਾ ਤਾਂ ਕੋਈ ਕਾਲ ਆਉਂਦੀ ਹੈ ਅਤੇ ਨਾ ਹੀ ਉਹ ਸਾਨੂੰ ਕਦੇ ਮਿਲਣ ਆਈ ਹੈ। ਉਸ ਨੇ ਬਸ ਆਪਣੀਆਂ ਅੱਖਾਂ ਫੇਰ ਲਈਆਂ ਅਤੇ ਕਦੇ ਵਾਪਸ ਨਹੀਂ ਆਈ। ਇੱਕ ਦਿਨ ਮੇਰੇ ਵੱਡੇ ਜੇਠ ਦੇ ਕਮਰੇ ਵਿੱਚੋਂ ਲੜਾਈ ਦੀ ਆਵਾਜ਼ ਆ ਰਹੀ ਸੀ। ਮੇਰੇ ਪਤੀ ਦੀਆਂ ਅੱਖਾਂ ਖੁੱਲ੍ਹ ਗਈਆਂ। ਇਹ ਰੋਜ਼ਾਨਾ ਦਾ ਕੰਮ ਹੈ। ਅਗਲੇ ਦਿਨ ਤਿੰਨੋਂ ਭਰਾ ਬਾਹਰ ਬੈਠੇ ਸਨ ਤਾਂ ਉਹਨਾਂ ਨੇ ਮੈਨੂੰ ਚਾਹ ਬਣਾਉਣ ਲਈ ਕਿਹਾ। ਮੈਂ ਸੁਣਿਆ ਕਿ ਉਹ ਸਾਰੇ ਵਸੀਅਤ ਬਾਰੇ ਗੱਲ ਕਰ ਰਹੇ ਹਨ। ਇਹ ਸਭ ਸ਼ਾਮ ਨੂੰ ਮੇਰੀ ਸੱਸ ਦੇ ਕਮਰੇ ਵਿੱਚ ਉਹਨਾਂ ਨਾਲ ਬਹਿਸ ਕਰਨ ਲੱਗੇ। ਇੰਜ ਲੱਗ ਰਿਹਾ ਸੀ ਜਿਵੇਂ ਉਹ ਹੁਣੇ ਆਪਣੀ ਮਾਂ ਨੂੰ ਮਾਰ ਦੇਣਗੇ। ਮੇਰੀ ਸੱਸ ਨੇ ਕਿਹਾ, ਮੈਂ ਤਾਂ ਨਹੀਂ ਮਾਰ ਰਹੀ। ਕੀ ਤੁਹਾਨੂੰ ਇੰਨੀ ਜਲਦੀ ਹੈ ਮੈਨੂੰ ਮਾਰਨ ਦੀ? ਸ਼ਰਮ ਨਹੀਂ ਆਉਂਦੀ ਤੁਹਾਨੂੰ? ਇਸ ਤਰ੍ਹਾਂ ਬੋਲਣਾ ਸਭ ਕੁਝ ਤੁਹਾਡਾ ਹੈ। ਜੇਠ ਜਠਾਣੀਆਂ ਨੇ ਕਿਹਾ ਕਿ ਤੁਸੀਂ ਸਾਨੂੰ ਆਪਣੀ ਜ਼ਿੰਦਗੀ ਵਿੱਚ ਆਪਣਾ ਹਿੱਸਾ ਦੇ ਕੇ ਚਲੇ ਜਾਓ, ਨਹੀਂ ਤਾਂ ਬਾਅਦ ਵਿੱਚ ਕਈ ਸਮੱਸਿਆਵਾਂ ਪੈਦਾ ਹੋ ਜਾਣਗੀਆਂ। ਫਿਰ ਤੁਹਾਡੇ ਦਸਤਖਤ ਨਾਲ ਹੁਣ ਸਭ ਕੁਝ ਠੀਕ ਹੋ ਜਾਵੇਗਾ, ਬਾਅਦ ਵਿੱਚ ਹਜ਼ਾਰ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਣਗੀਆਂ। ਮੇਰੀ ਸੱਸ ਨੇ ਕਿਹਾ ਕਿ ਜੇਕਰ ਪਿਤਾ ਜੀ ਹੁੰਦੇ ਤਾਂ ਤੁਹਾਨੂੰ ਸਾਰਿਆਂ ਦੇ ਮੂੰਹ ਤੇ ਚਪੇੜ ਮਾਰ ਦਿੰਦੇ ਕਿ ਮਾਂ ਜਿੰਦਾ ਹੈ, ਤੁਸੀਂ ਸਾਰਿਆਂ ਨੂੰ ਵਸੀਅਤ ਕਰਨੀ ਹੈ। ਮੈਂ ਘਰ ਚਲਾ ਰਹੀ ਹਾਂ। ਮੈਂ ਤੁਹਾਡੀਆਂ ਪਤਨੀਆਂ ਲਈ ਸਰਦੀਆਂ ਤੇ ਗਰਮੀਆਂ ਦੇ ਕੱਪੜੇ ਬਣਾ ਰਹੀ ਹਾਂ। ਘਰ ਵਿੱਚ ਰਾਸ਼ਨ ਮੇਰੇ ਪੈਸਿਆਂ ਤੇ ਆਉਂਦਾ ਹੈ। ਤੁਸੀਂ ਲੋਕਾਂ ਨੇ ਕਦੇ ਘਰ ਵਿੱਚ 1 ਰੁਪਇਆ ਵੀ ਨਹੀਂ ਖਰਚੇ। ਪਹਿਲਾਂ ਘਰ 5000 ਰੁਪਏ ਨਾਲ ਚੱਲਦਾ ਸੀ, ਹੁਣ ਇਹ ਘਰ 15000 ਰੁਪਏ ਨਾਲ ਵੀ ਨਹੀਂ ਚੱਲਦਾ। ਮੇਰੀ ਸੱਸ ਕੋਈ ਅਨਪੜ੍ਹ ਔਰਤ ਨਹੀਂ ਸੀ, ਪੜ੍ਹੀ ਲਿਖੀ ਸੀ। ਉਹ ਸਿੱਧਾ ਬੋਲੀ। ਪੁੱਤਰ ਚੁੱਪ ਹੋ ਗਏ। ਮੈਂ ਇਸ ਮਾਮਲੇ ਵਿੱਚ ਕੁਝ ਕਹਿਣ ਲੱਗੀ ਤਾਂ ਮੇਰੇ ਪਤੀ ਨੇ ਕਿਹਾ ਕਿ ਤੁਹਾਨੂੰ ਜ਼ਿਆਦਾ ਬੋਲਣ ਦੀ ਲੋੜ ਨਹੀਂ ਹੈ। ਦੂਜੇ ਭਰਾਵਾਂ ਦੀਆਂ ਵਹੁਟੀਆਂ ਨੂੰ ਦੇਖੋ, ਉਹ ਹਰ ਕੰਮ ਵਿੱਚ ਉਹਨਾਂ ਦਾ ਸਾਥ ਦਿੰਦੀਆਂ ਹਨ ਅਤੇ ਤੁਸੀਂ ਮੇਰੀ ਮਾਂ ਦੀ ਨੌਕਰਾਨੀ ਬਣ ਗਏ ਹੋ। ਲੱਗਦਾ ਹੈ ਕਿ ਸ਼ਾਇਦ ਤੁਹਾਡੀ ਭੈਣ ਤੁਹਾਡੇ ਨਾਲੋਂ ਵੱਧ ਸਿਆਣੀ ਸੀ। ਇਸੇ ਗੱਲ ਨੂੰ ਲੈ ਕੇ ਅਸੀਂ ਆਪਸ ਵਿੱਚ ਬਹਿਸ ਕਰਨ ਲੱਗੇ। ਹੌਲੀ ਹੌਲੀ ਇਸ ਘਰ ਵਿੱਚ ਸਮੱਸਿਆਵਾਂ ਪੈਦਾ ਹੋਣ ਲੱਗੀਆਂ। ਉਹਨਾਂ ਨੇ ਜਾਣਬੁੱਝ ਕੇ ਆਪਣੀ ਮਾਂ ਦਾ ਅਪਮਾਨ ਕਰਨਾ ਸ਼ੁਰੂ ਕਰ ਦਿੱਤਾ ਸੀ, ਕਿਉਂਕਿ ਮਾਂ ਨੇ ਤੰਗ ਆ ਕੇ ਹੋਰ ਪੁੱਤਰਾਂ ਦਾ ਨਾਮ ਵਸੀਅਤ ਤੇ ਲਿਖ ਦਿੱਤਾ। ਮੇਰੀ ਸੱਸ ਨੇ ਕਿਹਾ, ਜਦੋਂ ਤੱਕ ਮੈਂ ਜਿਉਂਦੀ ਹਾਂ ਉਦੋਂ ਤੱਕ ਅਜਿਹਾ ਨਹੀਂ ਹੋਵੇਗਾ। ਮੇਰਾ ਦਿਲ ਮੈਨੂੰ ਕਹਿ ਰਿਹਾ ਹੈ ਕਿ ਤੁਸੀਂ ਲੋਕਾਂ ਨੂੰ ਕੁਝ ਨਾ ਦਿਓ, ਤੁਸੀਂ ਲੋਕ ਇਸ ਦੇ ਵੀ ਕਾਬਿਲ ਨਹੀਂ ਹੋ। ਮੇਰੇ ਪਤੀ ਨੇ ਸਭ ਕੁਝ ਬਣਾਇਆ ਹੈ, ਤੁਸੀਂ ਲੋਕਾਂ ਨੇ ਕੁਝ ਨਹੀਂ ਬਣਾਇਆ। ਤੁਹਾਨੂੰ ਘਰ ਮਿਲ ਰਿਹਾ ਹੈ, ਤੁਹਾਨੂੰ ਖਾਣਾ ਮਿਲ ਰਿਹਾ ਹੈ, ਤੁਹਾਡੇ ਲਈ ਇਹ ਕਾਫੀ ਹੈ। ਇਸ ਵਿੱਚ ਖੁਸ਼ ਰਹੋ। ਮੇਰੀ ਸੱਸ ਨੇ ਤਾਂ ਇੱਥੋਂ ਤੱਕ ਕਿਹਾ ਕਿ ਉਹ ਆਪਣੀ ਸਾਰੀ ਜਾਇਦਾਦ ਕਿਸੇ ਅਨਾਥ ਆਸ਼ਰਮ ਵਿੱਚ ਤਬਦੀਲ ਕਰਨ ਬਾਰੇ ਸੋਚ ਰਹੀ ਹੈ। ਮੇਰੀ ਸੱਸ ਬਹੁਤ ਚਿੰਤਿਤ ਸੀ। ਬੱਚਿਆਂ ਨੂੰ ਜਨਮ ਦੇਣ ਵਿੱਚ ਇਨਸਾਨ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦਾ ਹੈ, ਫਿਰ ਵੀ ਉਹ ਦੁੱਖ ਝੱਲਦਾ ਹੈ। ਜਦੋਂ ਤੱਕ ਉਹ ਜਨਮ ਨਹੀਂ ਲੈਂਦਾ, ਉਹ ਬੱਚੇ ਬਾਰੇ ਸੋਚਦਾ ਰਹਿੰਦਾ ਹੈ। ਮੈਂ 4 ਪੁੱਤਰਾਂ ਦੀ ਮਾਂ ਬਣ ਚੁੱਕੀ ਸੀ, ਪਰ ਅੱਜ ਮੈਂ ਇਸ ਗੱਲ ਨੂੰ ਲੈ ਕੇ ਬਹੁਤ ਸ਼ਰਮਿੰਦਾ ਮਹਿਸੂਸ ਕਰ ਰਹੀ ਸੀ। ਇੱਥੇ ਬੇਟੇ ਨੇ ਕਾਗਜ਼ਾਤ ਕਰਵਾਉਣ ਦੀ ਯੋਜਨਾ ਬਣਾਈ ਸੀ। ਮਾਂ ਦੇ ਦਸਤਖਤ ਦੀ ਥਾਂ ਅੰਗੂਠਾ ਲਾਇਆ ਜਾਂਦਾ ਹੈ। ਉਹਨਾਂ ਨੂੰ ਪਤਾ ਵੀ ਨਹੀਂ ਲੱਗੇਗਾ, ਉਹ ਜ਼ਬਰਦਸਤੀ ਅੰਗੂਠਾ ਲਗਵਾ ਲੈਣਗੇ। ਪਰ ਮੇਰੀ ਸੱਸ ਨੇ ਇਹ ਸੁਣਿਆ ਸੀ। ਉਸ ਨੇ ਆਪਣੇ ਬੇਟੇ ਨੂੰ ਬਹੁਤ ਸਾਰੀਆਂ ਗੱਲਾਂ ਦੱਸੀਆਂ ਸਨ, ਇੰਨਾ ਕਿ ਬੇਟਾ ਰੋਂਦੇ ਹੋਏ ਬੇਹੋਸ਼ ਹੋ ਗਿਆ। ਉਸ ਨੇ ਕਿਹਾ, ਮੇਰਾ ਬੱਚਾ ਹੁਣ ਇਸ ਹੱਦ ਤੱਕ ਗਿਰ ਗਿਆ ਹੈ ਕਿ ਉਹ ਕੁਝ ਵੀ ਕਰ ਸਕਦਾ ਹੈ। ਉਸ ਦੀ ਪਤਨੀ ਉਸ ਨੂੰ ਦਿਨ ਰਾਤ ਪਰੇਸ਼ਾਨ ਕਰਦੀ ਹੈ। ਮੇਰੇ ਪਤੀ ਵੀ ਉਹਨਾਂ ਦੇ ਨਾਲ ਉਹਨਾਂ ਦੀਆਂ ਗੱਲਾਂ ਸੁਣਦੇ ਸਨ। ਮੇਰੀ ਸੱਸ ਨੇ ਕਦੇ ਕਿਸੇ ਨੂੰਹ ਨਾਲ ਮਾੜਾ ਵਿਵਹਾਰ ਨਹੀਂ ਕੀਤਾ। ਉਸ ਨੇ ਕਦੇ ਕੁਝ ਗਲਤ ਨਹੀਂ ਬੋਲਿਆ, ਫਿਰ ਵੀ ਉਹ ਉਹਨਾਂ ਦੇ ਦੁਸ਼ਮਣ ਬਣੇ ਰਹੇ। ਉਸ ਦਿਨ ਮੇਰੀ ਸੱਸ ਨੇ ਮੈਨੂੰ ਇੱਕ ਰਾਜ ਦੱਸਿਆ। ਉਸ ਨੇ ਕਿਹਾ ਕਿ ਮੈਂ ਕਹਿੰਦੀ ਹਾਂ ਕਿ ਮੇਰੇ 4 ਪੁੱਤਰ ਹਨ, ਕਿਉਂਕਿ ਮੈਂ ਇੱਕ ਪੁੱਤਰ ਨੂੰ ਗੋਦ ਲਿਆ ਸੀ। ਉਸ ਨੂੰ ਪੜ੍ਹਾਈ ਲਈ ਵਿਦੇਸ਼ ਭੇਜਿਆ ਗਿਆ। ਮੇਰੇ 3 ਪੁੱਤਰਾਂ ਨੂੰ ਇਹ ਨਹੀਂ ਪਤਾ। ਮੈਨੂੰ ਸਿਰਫ ਇੰਨਾ ਪਤਾ ਹੈ ਕਿ ਇੱਕ ਪੁੱਤਰ ਗੋਦ ਲਿਆ ਹੈ ਅਤੇ ਉਸ ਦੀ ਪੜ੍ਹਾਈ ਲਈ ਹਰ ਮਹੀਨੇ ਪੈਸੇ ਭੇਜਦੀ ਹਾਂ। ਪਰ ਉਹ ਮੇਰੇ ਨਾਲ ਫੋਨ ਤੇ ਬਹੁਤ ਵਧੀਆ ਢੰਗ ਨਾਲ ਗੱਲ ਕਰਦਾ ਹੈ, ਮੇਰਾ ਹਾਲ ਚਾਲ ਪੁੱਛਦਾ ਹੈ, ਮੇਰੀ ਸਿਹਤ ਬਾਰੇ ਪੁੱਛਦਾ ਹੈ। ਜੇ ਮੈਂ ਮਰ ਜਾਵਾਂ ਤਾਂ ਤੁਸੀਂ ਉਸ ਨੂੰ ਵੀ ਫੋਨ ਕਰ ਦਿਓ। ਉਸ ਦਾ ਨਾਮ ਕਮਲ ਹੈ। ਮੈਨੂੰ ਇਹ ਸੋਚ ਕੇ ਬਹੁਤ ਬੁਰਾ ਲੱਗਾ ਕਿ ਮੇਰੀ ਸੱਸ ਕਿੰਨੀ ਪਿਆਰੀ ਹੈ ਅਤੇ ਉਸ ਦੇ ਬੱਚੇ ਕਿੰਨੇ ਬੁਰੇ ਹਨ। ਇੱਕ ਰਾਤ ਮੇਰੇ ਘਰ ਵਿੱਚ ਬਹੁਤ ਲੜਾਈ ਹੋਈ। ਹਰ ਕੋਈ ਆਪਣੀ ਹੱਦ ਪਾਰ ਕਰ ਗਿਆ ਸੀ।
ਅੱਜ ਤਿੰਨੇ ਪੁੱਤਰਾਂ ਨੇ ਆਪਣੀ ਮਾਂ ਤੇ ਹੱਥ ਚੁੱਕ ਦਿੱਤਾ ਸੀ। ਮੇਰੀਆਂ ਅੱਖਾਂ ਵਿੱਚ ਹੰਝੂ ਸਨ। ਮੇਰੀ ਸੱਸ ਦੀ ਤਬੀਅਤ ਬਹੁਤ ਖਰਾਬ ਹੋ ਗਈ। ਮੈਂ ਉਸ ਦੀ ਸਿਹਤ ਦਾ ਹਾਲ ਚਾਲ ਪੁੱਛਣ ਲਈ ਉਸਦੇ ਕਮਰੇ ਵਿੱਚ ਗਈ। ਅੰਦਰੋਂ ਲੋਕ ਲੱਗਿਆ ਹੋਇਆ ਸੀ। ਮੈਂ ਸੋਚਿਆ ਸ਼ਾਇਦ ਉਹ ਬਹੁਤ ਪਰੇਸ਼ਾਨ ਹੈ। ਮੈਂ ਉਹਨਾਂ ਨੂੰ ਪਰੇਸ਼ਾਨ ਕਰਨਾ ਠੀਕ ਨਹੀਂ ਸਮਝਿਆ। ਮੈਂ ਵੀ ਸੋ ਗਈ। ਜਦੋਂ ਤੋਂ ਮੇਰੀ ਸੱਸ ਨੂੰ ਪਤਾ ਲੱਗਾ ਕਿ ਉਸਦਾ ਪੁੱਤਰ ਇੱਕ ਪੱਥਰ ਤੋਂ ਡਿੱਗ ਗਿਆ ਹੈ, ਉਹ ਬਹੁਤ ਪਰੇਸ਼ਾਨ ਹੋਈ। ਮੇਰੇ ਪਤੀ ਮੈਨੂੰ ਕਹਿਣ ਲੱਗੇ ਕਿ ਇੱਕ ਤੁਸੀਂ ਹੋ ਜਿਸ ਤੇ ਮਾਂ ਭਰੋਸਾ ਕਰਦੀ ਹੈ। ਉਹ ਸਾਡੇ ਹੱਥ ਦਾ ਖਾਣਾ ਪਾਣੀ ਵੀ ਨਹੀਂ ਖਾਂਦੀ। ਤੁਹਾਨੂੰ ਕਿਸੇ ਤਰ੍ਹਾਂ ਉਹਨਾਂ ਨੂੰ ਬੇਹੋਸ਼ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਸਾਰੇ ਉਹਨਾਂ ਦੇ ਅੰਗੂਠੇ ਪ੍ਰਾਪਤ ਕਰ ਸਕੀਏ। ਮੈਂ ਕਿਹਾ ਮੈਂ ਅਜਿਹਾ ਬਿਲਕੁਲ ਨਹੀਂ ਕਰਾਂਗੀ। ਮੇਰੇ ਪਤੀ ਨੇ ਕਿਹਾ ਕਿ ਇਸ ਨਾਲ ਤੁਹਾਨੂੰ ਕੀ ਫਾਇਦਾ ਹੋਵੇਗਾ? ਦੌਲਤ ਮੇਰੇ ਕੋਲ ਆਵੇਗੀ, ਤੈਨੂੰ ਵੀ ਮਿਲੇਗੀ। ਦੂਜੇ ਭਰਾਵਾਂ ਦੀਆਂ ਵਹੁਟੀਆਂ ਦੇਖੋ ਕਿੰਨੀਆਂ ਸਿਆਣੀਆਂ। ਮੇਰੇ ਪਤੀ ਨੇ ਪਹਿਲਾਂ ਤਾਂ ਮੈਨੂੰ ਬੜੇ ਪਿਆਰ ਨਾਲ ਸਮਝਾਇਆ ਪਰ ਮੈਂ ਸਾਫ਼ ਇਨਕਾਰ ਕਰ ਦਿੱਤਾ। ਫਿਰ ਉਹ ਮੈਨੂੰ ਗਾਲਾਂ ਕੱਢਣ ਲੱਗ ਗਿਆ ਕਿ ਮੈਂ ਤੈਨੂੰ ਤਲਾਕ ਦੇ ਦੇਵਾਂਗਾ। ਮੈਂ ਕਿਹਾ ਮੇਰੇ ਲਈ ਤਲਾਕ ਲੈਣਾ ਚੰਗਾ ਰਹੇਗਾ। ਤੁਹਾਡੇ ਵਰਗੇ ਵਿਅਕਤੀ ਨਾਲ ਰਹਿਣ ਨਾਲੋਂ ਚੰਗਾ ਹੈ ਜੋ ਆਪਣੀ ਮਾਂ ਨੂੰ ਧੋਖਾ ਦੇਣ ਲਈ ਤਿਆਰ ਹੈ। ਮੇਰੇ ਪਤੀ ਨੇ ਇਹ ਕਹਿ ਕੇ ਮੇਰੇ ਮੂੰਹ ਤੇ ਥੱਪੜ ਮਾਰਿਆ ਤੇ ਕਿਹਾ ਕਿ ਉਹ ਕੱਲ ਮੈਨੂੰ ਭੇਜ ਦੇਵੇਗਾ। ਮੇਰੀ ਸੱਸ ਨੇ ਦੇਖਿਆ। ਉਸ ਨੇ ਕਿਹਾ ਕਿ ਤੁਹਾਡੇ ਚਿਹਰੇ ਤੇ ਕੀ ਹੋਇਆ ਹੈ? ਮੈਂ ਕਿਹਾ ਮੈਂ ਡਿੱਗ ਗਈ ਸੀ। ਉਸ ਨੇ ਕਿਹਾ ਬੇਟੀ ਮੈਂ 65 ਸਾਲ ਦੀ ਹੋਣ ਵਾਲੀ ਹਾਂ। ਮੈਨੂੰ ਪਤਾ ਹੈ ਕਿ ਤੁਸੀਂ ਗਿਰੇ ਨਹੀਂ ਹੋ। ਤੇਰੇ ਪਤੀ ਨੇ ਤੇਰੇ ਉੱਤੇ ਹੱਥ ਉਠਾਇਆ ਹੈ। ਮੈਨੂੰ ਕਾਰਨ ਦੱਸੋ। ਮੈਂ ਕਿਹਾ ਕੋਈ ਕਾਰਨ ਨਹੀਂ ਹੈ, ਐਵੇਂ ਹੀ ਲੜਾਈ ਹੋਈ। ਮੈਂ ਉਹਨਾਂ ਨੂੰ ਅਸਲ ਗੱਲ ਨਹੀਂ ਦੱਸੀ। ਮੈਂ ਉਹਨਾਂ ਨੂੰ ਜ਼ਿਆਦਾ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ ਪਰ ਸ਼ਾਇਦ ਉਹ ਸਾਰੀ ਗੱਲ ਸਮਝ ਗਏ ਸੀ। ਮੈਨੂੰ ਦੇਖਦਿਆਂ ਹੀ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਦਿਨ ਕਿਸੇ ਤਰ੍ਹਾਂ ਬੀਤ ਗਏ। ਇੱਕ ਦਿਨ ਪਤਾ ਨਹੀਂ ਕੀ ਹੋ ਗਿਆ ਮੈਂ ਜਲਦੀ ਸੋ ਗਈ ਪਰ ਅੱਧੀ ਰਾਤ ਨੂੰ ਮੇਰੀ ਸੱਸ ਨੇ ਮੈਨੂੰ ਹਿਲਾ ਕੇ ਜਗਾ ਦਿੱਤਾ। ਮੇਰੀਆਂ ਅੱਖਾਂ ਖੁੱਲ੍ਹ ਗਈਆਂ। ਮੈਂ ਭੱਜ ਕੇ ਆਪਣੀ ਸੱਸ ਦੇ ਕਮਰੇ ਵਿੱਚ ਗਈ। ਮੈਂ ਤਿੰਨੋਂ ਜੇਠ ਅਤੇ ਜੇਠਾਣੀਆਂ ਨੂੰ ਉੱਥੇ ਖੜੇ ਦੇਖਿਆ। ਮੈਂ ਹੈਰਾਨ ਸੀ ਕਿ ਹੁਣ ਉਹ ਕੀ ਹੋ ਰਿਹਾ ਸੀ। ਜਦੋਂ ਮੈਂ ਸਾਹਮਣੇ ਦਾ ਨਜ਼ਾਰਾ ਦੇਖਿਆ ਤਾਂ ਮੈਂ ਸਭ ਕੁਝ ਸਮਝ ਗਈ। ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਬਹੁਤ ਜ਼ੋਰ ਨਾਲ ਰੋਣ ਲੱਗ ਪਈ। ਉਹ ਆਪਣੇ ਮਕਸਦ ਵਿੱਚ ਕਾਮਯਾਬ ਹੋ ਗਏ ਸਨ। ਉਹ ਆਪਣੀ ਮਾਂ ਨੂੰ ਜਾਇਦਾਦ ਦੇ ਕਾਗਜ਼ਾਂ ਤੇ ਦਸਤਖਤ ਕਰਵਾਉਣ ਲਈ ਆਏ ਹੋਏ ਸਨ। ਪਤਾ ਲੱਗਾ ਕਿ ਉਹਨਾਂ ਨੇ ਆਪਣੀ ਮਾਂ ਦੀ ਲੱਤ ਤੋੜ ਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ। ਮੇਰੀ ਸੱਸ ਘਰ ਵਿੱਚ ਨਹੀਂ ਸੀ। ਦਰਵਾਜ਼ਾ ਖੁੱਲ੍ਹਾ ਸੀ। ਬਾਹਰ ਵਿਹੜੇ ਵਿੱਚ ਜ਼ਮੀਨ ਤੇ ਖਿੱਚ ਜਾਣ ਦੇ ਨਿਸ਼ਾਨ ਸਾਫ਼ ਦਿਖਾਈ ਦੇ ਰਹੇ ਸਨ। ਤਿੰਨੋਂ ਭਰਾ ਬਹੁਤ ਖੁਸ਼ ਸਨ। ਦਸਤਾਵੇਜ਼ ਉਸਦੇ ਹੱਥ ਵਿੱਚ ਸਨ। ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੀ ਮਾਂ ਨਾਲ ਬਹੁਤ ਮਾੜਾ ਕੀਤਾ ਹੈ, ਤੁਹਾਨੂੰ ਲੋਕ ਕਦੇ ਮਾਫ਼ ਨਹੀਂ ਕਰਨਗੇ। ਇਹ ਸੁਣ ਕੇ ਮੇਰੀ ਜੇਠਾਣੀ ਨੇ ਮੇਰੇ ਪਤੀ ਨੂੰ ਕਿਹਾ ਕਿ ਤੁਹਾਡੇ ਕੋਲ ਬਹੁਤ ਦੌਲਤ ਹੈ, ਤੁਹਾਨੂੰ ਇਸ ਤਰ੍ਹਾਂ ਦੀਆਂ 10 ਮਿਲ ਜਾਣਗੀਆਂ। ਮੈਂ ਤੁਹਾਨੂੰ ਕਹਿੰਦੀ ਹਾਂ ਕਿ ਉਸ ਨੂੰ ਘਰੋਂ ਕੱਢ ਦਿਓ, ਨਹੀਂ ਤਾਂ ਕੱਲ ਨੂੰ ਇਹ ਸਭ ਨੂੰ ਦੱਸ ਦੇਵੇਗੀ। ਮੈਂ ਬਹੁਤ ਕੁਝ ਕਹਿਣਾ ਚਾਹੁੰਦੀ ਸੀ ਪਰ ਉਸ ਸਮੇਂ ਮੇਰੇ ਮਨ ਵਿੱਚ ਇਹ ਵਿਚਾਰ ਚੱਲ ਰਿਹਾ ਸੀ ਕਿ ਮੈਂ ਜਾ ਕੇ ਆਪਣੀ ਸੱਸ ਦੀ ਮਦਦ ਕਰਾਂ ਜਿਸ ਨਾਲ ਉਹਨਾਂ ਸਾਰਿਆਂ ਨੇ ਬਹੁਤ ਬੁਰਾ ਕੀਤਾ ਸੀ। ਜਾਇਦਾਦ ਨੂੰ ਆਪਣੇ ਨਾਮ ਕਰਵਾ ਕੇ ਘਰੋਂ ਕੱਢ ਦਿੱਤਾ। ਮੈਂ ਝੱਟ ਘਰੋਂ ਨਿਕਲ ਗਈ। ਜਾਣ ਤੋਂ ਪਹਿਲਾਂ ਮੈਂ ਨਿਸ਼ਚਿਤ ਤੌਰ ਤੇ ਕਿਹਾ ਕਿ ਤੁਸੀਂ ਜੋ ਕੀਤਾ ਹੈ ਉਸ ਦੀ ਸਜ਼ਾ ਤੁਹਾਨੂੰ ਜ਼ਰੂਰ ਮਿਲੇਗੀ। ਉਸ ਨੇ ਕਿਹਾ ਅੱਖਾਂ ਖੋਲ੍ਹ ਕੇ ਦੇਖ, ਇਸ ਵੇਲੇ ਸਾਡੇ ਹੱਥਾਂ ਵਿੱਚ ਕਰੋੜਾਂ ਦੀ ਜਾਇਦਾਦ ਦੇ ਕਾਗਜ਼ ਹਨ। ਸਾਨੂੰ ਸਜ਼ਾ ਮਿਲੀ ਹੈ, ਅਸੀਂ ਮੌਜਾਂ ਕਰਨ ਜਾ ਰਹੇ ਹਾਂ। ਮੇਰੇ ਪਤੀ ਨੇ ਕਿਹਾ ਮੈਂ ਤੈਨੂੰ ਤਲਾਕ ਦੇ ਦੇਵਾਂਗਾ, ਤੈਨੂੰ ਆਪਣੇ ਘਰ ਭੇਜ ਦੇਵਾਂਗਾ ਅਤੇ ਤੇਰੇ ਪਰਿਵਾਰ ਵਾਲਿਆਂ ਨੂੰ ਬਦਨਾਮ ਕਰਾਂਗਾ। ਮੇਰੀਆਂ ਅੱਖਾਂ ਵਿੱਚ ਹੰਝੂ ਸਨ। ਮੈਂ ਝੱਟ ਉਸ ਘਰੋਂ ਬਾਹਰ ਆ ਕੇ ਆਪਣੀ ਸੱਸ ਨੂੰ ਲੱਭਣ ਲੱਗੀ ਪਰ ਘਰੋਂ ਬਾਹਰ ਨਿਕਲਦਿਆਂ ਹੀ ਮੈਂ ਆਪਣੇ ਦੋਵੇਂ ਕੰਨਾਂ ਤੇ ਹੱਥ ਰੱਖ ਲਏ ਕਿਉਂਕਿ ਜ਼ਮੀਨ ਬੁਰੀ ਤਰ੍ਹਾਂ ਹਿੱਲਣ ਲੱਗੀ ਸੀ। ਸ਼ਾਇਦ ਮੈਂ ਗੁੱਸੇ ਵਿੱਚ ਸੀ। ਮੈਂ ਉੱਥੋਂ ਭੱਜਣ ਲੱਗੀ। ਮੈਂ ਇੰਨੀ ਭਿਆਨਕ ਮਹਿਮਾ ਪਹਿਲਾਂ ਕਦੇ ਨਹੀਂ ਦੇਖੀ ਸੀ। ਮੇਰੇ ਦੂਰ ਚਲੇ ਜਾਣ ਤੋਂ ਬਾਅਦ ਥੋੜੀ ਦੇਰ ਬਾਅਦ ਇੰਨਾ ਜ਼ੋਰਦਾਰ ਧਮਾਕਾ ਹੋਇਆ ਕਿ ਮੇਰੇ ਕੰਨ ਟੁੱਸ ਹੋ ਗਏ ਪਰ ਸਾਡਾ ਘਰ ਬੁਰੀ ਤਰ੍ਹਾਂ ਜ਼ਮੀਨ ਵਿੱਚ ਧੱਸ ਗਿਆ ਸੀ। ਜਦੋਂ ਮੈਂ ਇਹ ਦ੍ਰਿਸ਼ ਨੂੰ ਦੇਖਿਆ ਤਾਂ ਮੈਂ ਹੈਰਾਨ ਰਹਿ ਗਈ। ਇਸ ਤੋਂ ਬਾਅਦ ਮੇਰੀ ਨਜ਼ਰ ਆਸਮਾਨ ਵੱਲ ਗਈ ਕਿ ਉਹਨਾਂ ਲੋਕਾਂ ਨੂੰ ਉਹਨਾਂ ਦੇ ਕੰਮਾਂ ਦੀ ਸਜ਼ਾ ਦਿੱਤੀ ਗਈ ਹੈ ਕਿਉਂਕਿ ਘਰ ਨੂੰ ਦੇਖ ਕੇ ਇੰਝ ਲੱਗਦਾ ਸੀ ਕਿ ਕੋਈ ਜਿਉਂਦਾ ਨਹੀਂ ਰਿਹਾ ਹੋਵੇਗਾ। ਸ਼ਾਇਦ ਮੇਰੀ ਜਾਨ ਲਿਖੀ ਸੀ ਤੇ ਮੈਂ ਝੱਟ ਘਰੋਂ ਭੱਜ ਗਈ ਸੀ।
ਮੈਂ ਆਪਣੀ ਸੱਸ ਨੂੰ ਲੱਭ ਲਿਆ। ਉਸ ਨੂੰ ਹਸਪਤਾਲ ਲੈ ਗਈ ਅਤੇ ਉਸ ਦਾ ਇਲਾਜ ਕਰਵਾਇਆ। ਕੁਝ ਦਿਨਾਂ ਬਾਅਦ ਮੇਰੀ ਸੱਸ ਨੂੰ ਪਤਾ ਲੱਗਾ ਕਿ ਉਸ ਦੇ ਦੋਵੇਂ ਵੱਡੇ ਪੁੱਤਰ ਇਸ ਦੁਨੀਆ ਤੋਂ ਚਲੇ ਗਏ ਹਨ ਅਤੇ ਛੋਟੇ ਪੁੱਤਰ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਹਨ ਅਤੇ ਉਹ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਉਹ ਜਿਉਂਦਾ ਸੀ ਪਰ ਕੁਝ ਬੋਲ ਨਹੀਂ ਰਿਹਾ ਸੀ। ਮੈਂ ਇਹ ਖਬਰ ਆਪਣੀ ਸੱਸ ਨੂੰ ਦਿੱਤੀ। ਉਹ ਚੁੱਪ ਹੋ ਗਈ। ਇੰਜ ਲੱਗ ਰਿਹਾ ਸੀ ਜਿਵੇਂ ਉਹ ਸਦਮੇ ਵਿੱਚ ਸੀ ਜਾਂ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹਨਾਂ ਮਹੀਨਿਆਂ ਵਿੱਚ ਕੀ ਕੀਤਾ ਜਾਵੇ। ਬਿਮਾਰੀ ਤੋਂ ਬਾਅਦ ਮੇਰੀ ਸੱਸ ਠੀਕ ਹੋ ਗਈ ਪਰ ਮੇਰੇ ਪਤੀ ਵੀ ਇਸ ਦੁਨੀਆ ਤੋਂ ਚਲੇ ਗਏ ਕਿਉਂਕਿ ਉਹਨਾਂ ਦੀ ਹਾਲਤ ਬਹੁਤ ਖਰਾਬ ਸੀ। ਹੁਣ ਮੈਂ ਆਪਣੀ ਸੱਸ ਨਾਲ ਉਸ ਦੇ ਦੂਜੇ ਘਰ ਵਿੱਚ ਰਹਿਣ ਲੱਗੀ ਜੋ ਪਹਿਲਾਂ ਕਿਰਾਏ ਤੇ ਦਿੱਤਾ ਹੋਇਆ ਸੀ। ਮੈਂ ਉਹਨਾਂ ਨੂੰ ਇਕੱਲਾ ਨਹੀਂ ਛੱਡ ਸਕਦੀ ਸੀ। ਮੇਰੀ ਸੱਸ ਨੇ ਆਪਣੇ ਬੇਟੇ ਨੂੰ ਬੁਲਾਇਆ ਜਿਸ ਨੂੰ ਉਸ ਨੇ ਬਾਹਰ ਪੜ੍ਹਨ ਲਈ ਭੇਜਿਆ ਸੀ। ਉਹ ਇੱਕ ਦਿਨ ਵਿੱਚ ਹੀ ਭਾਰਤ ਆਇਆ ਅਤੇ ਇਹ ਸਭ ਦੇਖ ਕੇ ਬਹੁਤ ਰੋਇਆ ਅਤੇ ਇੱਕ ਸਫਲ ਵਿਅਕਤੀ ਬਣ ਗਿਆ ਸੀ। ਉਸ ਨੇ ਕਿਹਾ, ਮਾਤਾ ਜੀ ਅਸੀਂ ਹੁਣ ਇੱਥੇ ਨਹੀਂ ਰਹਾਂਗੇ, ਨਹੀਂ ਤਾਂ ਤੁਸੀਂ ਪੁਰਾਣੀਆਂ ਯਾਦਾਂ ਵਿੱਚ ਰੋਂਦੇ ਰਹੋਗੇ। ਤੁਸੀਂ ਮੇਰੇ ਨਾਲ ਵਿਦੇਸ਼ ਆ ਜਾਓ। ਮੈਨੂੰ ਉੱਥੇ ਫਲੈਟ ਮਿਲ ਗਿਆ ਹੈ ਅਤੇ ਉੱਥੇ ਆਰਾਮ ਨਾਲ ਰਹਿ ਸਕਦੇ ਹਾਂ। ਮੇਰੀ ਸੱਸ ਨੇ ਕਿਹਾ ਕਿ ਤੁਹਾਡੇ ਨਾਲ ਇੱਕ ਵਾਅਦੇ ਵਿੱਚ ਜਾਵਾਂਗੀ ਜਦੋਂ ਤੁਸੀਂ ਮੇਰੀ ਇਸ ਨੂੰਹ ਨੂੰ ਸਵੀਕਾਰ ਕਰੋਗੇ ਕਿਉਂਕਿ ਉਸ ਦਾ ਪਤੀ ਮਰ ਚੁੱਕਾ ਹੈ ਅਤੇ ਉਹ ਮੇਰੇ ਸਾਰੇ ਦੁੱਖਾਂ ਵਿੱਚ ਮੇਰੇ ਨਾਲ ਖੜੀ ਹੈ। ਇਸ ਲਈ ਮੈਂ ਇਸ ਨੂੰ ਇਕੱਲਾ ਨਹੀਂ ਛੱਡ ਸਕਦੀ। ਉਹਨਾਂ ਨੇ ਮੈਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕੀਤਾ ਅਤੇ ਉੱਥੇ ਹੀ ਸਾਡਾ ਦੋਵਾਂ ਦਾ ਮੰਦਰ ਵਿੱਚ ਵਿਆਹ ਕਰਵਾ ਦਿੱਤਾ ਅਤੇ ਮੈਨੂੰ ਵਿਦੇਸ਼ ਭੇਜ ਦਿੱਤਾ। ਉਹ ਮੇਰੇ ਵਿਚਾਰਾਂ ਨਾਲੋਂ ਬਹੁਤ ਵਧੀਆ ਵਿਅਕਤੀ ਨਿਕਲਿਆ। ਉਹ ਮੇਰਾ ਅਤੇ ਮੇਰੀ ਸੱਸ ਦਾ ਬਹੁਤ ਸਤਿਕਾਰ ਕਰਦਾ ਸੀ ਅਤੇ ਮੈਨੂੰ ਬਹੁਤ ਪਿਆਰ ਕਰਦਾ ਸੀ। ਮੇਰੇ 2 ਬੱਚੇ ਹਨ ਅਤੇ ਮੇਰੀ ਸੱਸ ਅਜੇ ਵੀ ਜਵਾਨ ਸੀ। ਅਸੀਂ ਦੋਵੇਂ ਪਤੀ ਪਤਨੀ ਆਪਣੀ ਸੱਸ ਦਾ ਵਿਆਹ ਕਰਵਾਉਣ ਬਾਰੇ ਸੋਚ ਰਹੇ ਹਾਂ ਪਰ ਅੱਜ ਤੱਕ ਅਸੀਂ ਆਪਣੀ ਮਾਂ ਤੋਂ ਇਹ ਗੱਲ ਨਹੀਂ ਪੁੱਛੀ ਕਿਉਂਕਿ ਉਹ ਇੱਕ ਚੰਗੀ ਇਨਸਾਨ ਹੈ ਅਤੇ ਬਹੁਤ ਭਾਵੁਕ ਹੈ। ਕੌਣ ਜਾਣਦਾ ਹੈ ਉਹ ਸ਼ਾਇਦ ਇਸ ਨਾਲ ਸਹਿਮਤ ਨਾ ਹੋਵੇ। ਤੁਸੀਂ ਸਾਨੂੰ ਦੱਸੋ ਕੀ ਕਹਿੰਦੇ ਹੋ ਕਿ ਅਸੀਂ ਸਹੀ ਸੋਚਿਆ ਹੈ। ਤੁਸੀਂ ਕਮੈਂਟ ਵਿੱਚ ਜ਼ਰੂਰ ਦੱਸੋ। ਤੁਹਾਡੀ ਟਿੱਪਣੀ ਦੀ ਉਡੀਕ ਰਹੇਗੀ। ਜੇਕਰ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰੋ। ਇਸ ਨੂੰ ਆਪਣੇ ਦੋਸਤਾਂ ਨਾਲ ਵੀ ਸਾਂਝਾ ਕਰੋ ਅਤੇ ਹਾਂ, ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰੋ। ਸਾਡੀ ਆਉਣ ਵਾਲੇ ਕੱਲ੍ਹ ਦੀ ਇੱਕ ਨਵੀਂ ਦਿਲਚਸਪ ਕਹਾਣੀ ਦੇ ਨਾਲ ਤੁਹਾਡੇ ਪਿਆਰ ਅਤੇ ਸਨੇਹ ਨੂੰ ਹਮੇਸ਼ਾ ਮੇਰੇ ਤੇ ਬਣਾਈ ਰੱਖੋ। ਸਭ ਨੂੰ ਮੇਰੀਆਂ ਪਿਆਰ ਭਰੀਆਂ ਸ਼ੁਭ ਕਾਮਨਾਵਾਂ ਦੋਸਤੋ।